ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿਥੈ ਨਾਦ ਵਿਨੋਦ ਓਡ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਬਹੁਤ ਅਨੂਪ। ਤਾ ਕੀਆ ਗੱਲਾ ਕਥਿਆ ਨਾ ਜਾਹੇ, ਜੇ ਕੋ ਕਹੈ ਪਿਛੈ ਪਛੁਤਾਏ। ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਬ੍ਰਹਮ ਗਿਆਨ ਦਾ ਉਪਦੇਸ਼ ਦੇਣ ਵਾਲੀ ਬਾਣੀ, ਬ੍ਰਹਮ ਗਿਆਨ ਦੀ ਦਾਤ ਬਖਸ਼ਣ ਵਾਲੀ ਬਾਣੀ, ਬ੍ਰਹਮ ਗਿਆਨ ਦੇ ਵਿੱਚ ਟਿਕਾ ਦੇਣ ਵਾਲੀ ਬਾਣੀ, ਬ੍ਰਹਮ ਸਰੂਪ ਕਰ ਦੇਣ ਵਾਲੀ ਬਾਣੀ, ਸ੍ਰੀ ਜਪਜੀ ਸਾਹਿਬ ਜੀ ਦੇ ਨਿਰੰਤਰ ਜਾਪ ਕਰ ਰਹੇ ਹਾਂ। ਨਾਲ ਨਾਲ ਸ੍ਰੀ ਜਪਜੀ ਸਾਹਿਬ ਜੀ ਦਾ ਅਰਥ ਬੋਧ, ਸ੍ਰੀ ਜਪਜੀ ਸਾਹਿਬ ਜੀ ਦੀ ਵਿਆਖਿਆ ਵੀ ਲਗਾਤਾਰ ਸ਼ਰਵਣ ਕਰਕੇ ਆਪਣੇ ਜੀਵਨ ਦੇ ਅਮੋਲਕ ਸਮੇਂ ਨੂੰ ਸਫਲ ਕਰ ਰਹੇ ਹਾਂ। ਕੱਲ ਆਪ ਜੀ ਨੇ ਗੁਰਮੁਖ ਪਿਆਰੇ ਵਿਦਵਾਨ ਗਿਆਨੀ ਪ੍ਰਿਤਪਾਲ ਸਿੰਘ ਜੀ ਹਜੂਰੀ ਕਥਾਵਾਚਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਉਹਨਾਂ ਤੋਂ ਬੜੇ ਪਿਆਰ ਨਾਲ ਧਰਮ ਖੰਡ ਦਾ ਜ਼ਿਕਰ ਜੋ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਅੱਜ ਵਾਲੀ ਪੌੜੀ ਤੋਂ ਪਹਿਲੀ ਪੌੜੀ ਆਪ ਜੀ ਨੇ ਸ਼ਰਵਣ ਕੀਤੀ ਅਰਥਾਂ ਸਮੇਤ। ਬੜੇ ਪਿਆਰ ਨਾਲ ਗਿਆਨੀ ਜੀ ਨੇ ਆਪ ਜੀ ਨੂੰ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਉਪਦੇਸ਼ ਨੂੰ ਬੜੇ ਸੁਚੱਜੇ ਪਿਆਰੇ ਢੰਗ ਨਾਲ ਸ਼ਰਵਣ ਕਰਾਇਆ ਹੈ। ਅੱਜ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਇਸ ਪੌੜੀ ਦੀ ਵਿਆਖਿਆ ਪ੍ਰਾਰੰਭ ਹੋ ਰਹੀ ਆ। ਇੱਥੇ ਇੱਕ ਦੋ ਬੇਨਤੀਆਂ ਨੇ ਪਹਿਲਾਂ ਵੀ ਜਿਹੜੀ ਇਹ ਪੌੜੀ ਹੈ, ਜਿਹੜੇ 4 ਜਪਜੀ ਦੇ ਖੰਡ ਨੇ, ਜਪਜੀ ਸਾਹਿਬ ਦੇ ਵਿੱਚ 4 ਖੰਡਾਂ ਦਾ ਜੋ ਜ਼ਿਕਰ ਹੈ, ਸਾਡੀ ਬੁੱਧੀ 'ਚ ਇੰਨੀ ਸਮਰੱਥਾ ਨਹੀਂ ਹੈ, ਸਾਡਾ ਇੰਨਾ ਅਨੁਭਵ ਨਹੀਂ ਹੈ, ਇੰਨਾ ਗਿਆਨ ਨਹੀਂ ਹੈ ਕਿ ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਸ ਭਾਵ 'ਚ ਬਚਨ ਕਰਦੇ ਨੇ, ਜਿਸ ਅਵਸਥਾ 'ਚ ਬਚਨ ਕਰਦੇ ਨੇ, ਜਿਸ ਗਿਆਨ 'ਚ ਬਚਨ ਕਰਦੇ ਨੇ, ਅਸੀਂ ਉੱਥੇ ਜਾ ਕੇ ਤੁਹਾਨੂੰ ਸੁਣਾ ਸਕੀਏ, ਉਸ ਅਵਸਥਾ 'ਚ ਜਾ ਕੇ ਸੁਣਾ ਸਕੀਏ। ਇਸ ਕਰਕੇ ਸਤਿਗੁਰਾਂ ਅੱਗੇ ਹੱਥ ਜੁੜੇ ਵੀ ਹੈ ਤੇ ਹੱਥ ਖੜੇ ਵੀ ਹੈ। ਮਹਾਰਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਮਹਾਰਾਜ ਆਪ ਲਿਹੋ ਤੁਮ ਕਥਾ ਸੁਧਾਰੀ। ਮਹਾਰਾਜ ਆਪਣੀ ਬਾਣੀ ਦੀ, ਆਪਣੀ ਬਖਸ਼ਿਸ਼ ਦੇ ਖੰਡਾਂ ਦੀ ਕਥਾ ਆਪ ਜੀ ਆਪ ਹੀ ਕਰਾ ਲਿਓ। ਸਾਰੀਆਂ ਸੰਗਤਾਂ ਚਿੱਤ ਬਿਰਤੀਆਂ ਨੂੰ ਕਰੋ ਇਕਾਗਰ।
ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਲਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਕਹਿੰਦੇ ਭਾਈ ਜਿਹੜਾ ਗਿਆਨ ਖੰਡ ਹੈ ਨਾ, ਗਿਆਨ ਦਾ ਜਿਹੜਾ ਦੇਸ਼ ਹੈ, ਗਿਆਨ ਦੀ ਜਿਹੜੀ ਅਵਸਥਾ ਹੈ, ਇਸ ਅਵਸਥਾ ਦੇ ਵਿੱਚ ਗਿਆਨ ਹੀ ਪ੍ਰਚੰਡ ਹੁੰਦਾ ਹੈ। ਭਾਵ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਹੈ ਗਿਆਨ ਖੰਡ ਦੇ ਵਿੱਚ। ਜਦੋਂ ਕੋਈ ਗੁਰਮੁਖ, ਕੋਈ ਮਹਾਂਪੁਰਖ, ਕੋਈ ਬੰਦਗੀ ਵਾਲੇ ਗਿਆਨ ਖੰਡ ਦੀ ਅਵਸਥਾ 'ਚ ਪਹੁੰਚਦੇ ਨੇ, ਉੱਥੇ ਉਹ ਗੁਰਮੁਖ ਕੀ ਤੱਕਦੇ ਨੇ ਕਿ ਪ੍ਰਕਾਸ਼ ਹੀ ਪ੍ਰਕਾਸ਼ ਹੈ। ਐਸਾ ਪ੍ਰਕਾਸ਼, ਸੁਖਮਈ ਆਨੰਦ ਦੇਣ ਵਾਲਾ ਪ੍ਰਕਾਸ਼, ਇੱਕ ਅਜੀਬੋ ਗਰੀਬ ਸ਼ਾਂਤੀ, ਇੱਕ ਅਜੀਬੋ ਗਰੀਬ ਆਨੰਦ ਦੇਣ ਵਾਲਾ, ਇੱਕ ਅਜੀਬੋ ਗਰੀਬ ਟਿਕਾ ਦੇਣ ਵਾਲਾ ਪ੍ਰਕਾਸ਼ ਹੈ। ਐਸਾ ਪ੍ਰਕਾਸ਼ ਨਹੀਂ ਜੈਸਾ ਸੂਰਜ ਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੀ ਜਿਉਂ ਸੂਰਜ ਚੜ੍ਹਦਾ ਹੈ, ਤਪਦਾ ਹੈ, ਦੁਖਮਈ ਹੁੰਦਾ ਹੈ। ਕਹਿੰਦੇ ਐਸਾ ਪ੍ਰਕਾਸ਼ ਹੈ ਕਿ ਉਹ ਇੱਕ ਸੂਰਜ ਕੀ ਕਰੋੜਾਂ ਸੂਰਜ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਗਿਆਨ ਦਾ ਅਰਥ ਹੀ ਪ੍ਰਕਾਸ਼ ਹੁੰਦਾ ਹੈ। ਪਰ ਉਹ ਸੁਖ ਦੇਣ ਵਾਲਾ ਹੈ, ਆਨੰਦ ਦੀ ਅਵਧੀ ਮਾਨਣ ਵਾਲਾ ਪ੍ਰਕਾਸ਼ ਹੈ। ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜਹ ਝਿਲਮਿਲ ਕਾਰ ਦਿਸੰਤਾ, ਤਹ ਅਨਹਦ ਸ਼ਬਦ ਬਜੰਤਾ। ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਇਸ ਪ੍ਰਕਾਸ਼ ਦੀ ਅਵਸਥਾ ਨੂੰ ਪਹੁੰਚਦੇ ਕੌਣ ਨੇ? ਜਿਹੜੇ ਗੁਰੂ ਨਾਨਕ ਦੇ ਦਰ ਤੋਂ ਬਖਸ਼ੇ ਜਾਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਗੁਰੂ ਨਾਨਕ ਦੀ ਰਹਿਮਤ ਦਾ ਪਾਤਰ ਬਣ ਜਾਂਦੇ ਨੇ, ਜਿਨ੍ਹਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ, ਜਿਨ੍ਹਾਂ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪ੍ਰਸੰਨ ਹੋ ਜਾਂਦੇ ਨੇ। ਤੇ ਜਿਨ੍ਹਾਂ ਤੇ ਮਹਾਰਾਜ ਪ੍ਰਸੰਨ ਹੋ ਜਾਂਦੇ ਨੇ ਨਾ, ਉਹਨਾਂ ਨੂੰ ਫੇਰ ਆਪਣੀ ਬੰਦਗੀ ਰਾਹੀਂ, ਆਪਣੀ ਰਹਿਤ ਰਾਹੀਂ, ਮਰਿਆਦਾ ਰਾਹੀਂ ਇਸ ਦੇ ਕਾਬਲ ਬਣਾ ਕੇ ਬਖਸ਼ਿਸ਼ ਕਰ ਦਿੰਦੇ ਨੇ। ਤੇ ਬਖਸ਼ਿਸ਼ ਐਸੀ ਕਰਦੇ ਨੇ, ਸਿਰ ਤੇ ਹੱਥ ਰੱਖਦੇ ਨੇ, ਨਿਹਾਲ ਸਿੱਖਾ ਨਿਹਾਲ। ਪ੍ਰਕਾਸ਼ ਹੀ ਪ੍ਰਕਾਸ਼ ਹਿਰਦੇ 'ਚ ਹੋ ਜਾਂਦਾ ਸਿੱਖ ਦੇ। ਗਿਆਨ ਖੰਡ 'ਚ ਪਹੁੰਚਾ ਦਿੰਦੇ ਆ ਸਿੱਖ ਨੂੰ। ਤੇ ਜਦੋਂ ਸਿੱਖ ਗਿਆਨ ਖੰਡ 'ਚ ਪਹੁੰਚ ਜਾਂਦਾ, ਦੇਖਦਾ ਮਹਾਰਾਜ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਜਿੱਧਰ ਨੂੰ ਵੀ ਤੱਕਦਾ ਉਹਦਾ ਪ੍ਰਕਾਸ਼ ਨਜ਼ਰ ਆਉਂਦਾ, ਉਹਦੇ ਅਬਨਾਸੀ ਦਰਸ਼ਨ ਹੁੰਦੇ ਨੇ, ਉਹਦੀ ਬਖਸ਼ਿਸ਼ ਨਜ਼ਰ ਆਉਂਦੀ ਹੈ, ਉਹਦਾ ਨੂਰ ਨਜ਼ਰ ਆਉਂਦਾ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਨੂਰ ਹੀ ਦਿਸਦਾ ਸਾਰੇ ਪਾਸੇ। ਇਹ ਗਿਆਨ ਖੰਡ ਦੇ ਵਾਸੀ ਜਿਹੜੇ ਮਹਾਂਪੁਰਖ ਨੇ, ਗਿਆਨ ਖੰਡ ਦੀ ਅਵਸਥਾ 'ਚ ਪਹੁੰਚੇ ਹੋਏ ਜਿਹੜੇ ਮਹਾਂਪੁਰਖ ਨੇ,
ਮਹਾਰਾਜ ਬਖਸ਼ਿਸ਼ ਕਰਦੇ, ਉਹਨਾਂ ਦਾ ਅਨੁਭਵ ਹੁੰਦਾ ਗੁਰਮੁਖੋ। ਹਾਂਜੀ, ਤਿਥੈ ਨਾਦ ਬਿਨੋਦ ਕੋਡ ਆਨੰਦ। ਤੇ ਉੱਥੇ ਨਾਦ, ਅਨਹਦ ਸ਼ਬਦ, ਅਗੰਮੀ ਨਾਦ ਸੁਣਦਾ ਹੈ। ਐਸਾ ਨਾਦ ਜਿਹੜਾ ਮਨ ਨੂੰ ਮੋਹ ਲੈਂਦਾ ਹੈ। ਐਸੀ ਧੁਨ ਜਿਹੜੀ ਜਨਮ ਮਰਨ ਕੱਟ ਦਿੰਦੀ ਹੈ। ਐਸੀ ਧੁਨ ਜਿਹੜੀ ਅੰਦਰ ਨੂੰ ਬਿਨੋਦ, ਖੇੜੇ ਚ ਲੈ ਆਉਂਦੀ ਹੈ। ਖਿੜ ਜਾਂਦਾ ਜਿਸ ਧੁਨ ਨੂੰ ਸੁਣ ਕੇ ਅੰਦਰਲਾ। ਕੋੜ ਆਨੰਦ, ਕਰੋੜਾਂ ਹੀ ਆਨੰਦਾਂ ਦਾ ਮੂਲ ਜੋ ਬ੍ਰਹਮ ਆਨੰਦ ਹੈ, ਬੰਦਗੀ ਦਾ ਆਨੰਦ ਹੈ, ਬਖਸ਼ਿਸ਼ ਦਾ ਆਨੰਦ ਹੈ, ਬ੍ਰਹਮ ਸਰੂਪ ਸਤਿਗੁਰੂ ਦਾ ਆਨੰਦ ਹੈ। ਉਹ ਗਿਆਨ ਖੰਡ ਦੇ ਮਹਾਂਪੁਰਖ ਨੂੰ ਹਾਸਲ ਹੋ ਜਾਂਦਾ ਹੈ। ਉਹਦੀ ਜ਼ਿੰਦਗੀ 'ਚ ਦੁੱਖ ਲੇਸ ਮਾਤਰ ਵੀ ਰਹਿੰਦਾ ਹੀ ਨਹੀਂ ਹੈ। ਜੇ ਆਪਾਂ ਕਹੀਏ ਨਾ ਵੀ ਕਿਸੇ ਮਹਾਂਪੁਰਖ ਨੂੰ ਇਸ ਅਵਸਥਾ 'ਚ ਜਾ ਕੇ ਕੋਈ ਦੁੱਖ ਹੋਏਗਾ, ਲੇਸ ਮਾਤਰ ਵੀ ਦੁੱਖ ਨਹੀਂ, ਸਿਰਫ ਆਨੰਦ ਹੀ ਆਨੰਦ ਰਹਿ ਜਾਂਦਾ। ਤੇ ਜਿਹੜੇ ਦੁਨੀਆ ਦੇ ਆਨੰਦ ਨੇ, ਇਹ ਸਭ ਆਨੰਦ ਉਸ ਆਨੰਦ ਦੇ ਝਲਕਾਰੇ ਦੇ ਸਮਾਨ ਵੀ ਨਹੀਂ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਜੇ ਕਿਸੇ ਨੂੰ ਉਸ ਆਨੰਦ ਦਾ ਝਲਕਾਰਾ ਪੈ ਜੇ ਨਾ, ਉਹ ਆਨੰਦ ਦਾ ਝਲਕਾਰਾ ਤੇ ਇੱਥੇ ਕਰੋੜਾਂ ਬੰਦਿਆਂ ਦੀ ਜ਼ਿੰਦਗੀ ਦੇ ਆਨੰਦ, ਰਸ, ਸਵਾਦ ਸਭ ਫਿੱਕੇ ਆ ਉਹਦੇ ਅੱਗੇ। ਉਹਦਾ ਝਲਕਾਰਾ ਵੀ ਇੰਨਾ ਜ਼ਿਆਦਾ ਆਨੰਦਦਾਈ ਹੈ, ਜਿਹੜਾ ਮਹਾਂਪੁਰਖਾਂ ਨੂੰ ਗਿਆਨ ਖੰਡ 'ਚ ਜਾ ਕੇ ਸਦੀਵ ਕਾਲ ਲਈ ਪ੍ਰਾਪਤ ਹੋ ਜਾਂਦਾ। ਜਿਸ ਆਨੰਦ 'ਚ ਮਹਾਂਪੁਰਖ ਗੁਰਮੁਖ ਗੁਰੂ ਦੇ ਬਖਸ਼ੇ, ਗੁਰੂ ਦੇ ਪਿਆਰੇ ਸਦਾ ਲਈ ਸਮਾ ਜਾਂਦੇ ਆ। ਹਾਂਜੀ, ਸਰਮ ਖੰਡ ਕੀ ਬਾਣੀ ਰੂਪ। ਸਰਮ ਖੰਡ ਨਾਮ ਹੈ ਸੁਖ ਵਿਸੇਖ ਦਾ। ਸੁਖ ਵਿਸੇਖ ਕੀ ਹੈ? ਜਿੰਨੇ ਵੀ ਦੁਨੀਆ ਦੇ ਸੁੱਖ ਨੇ, ਪਦਾਰਥਾਂ ਦੇ ਸੁੱਖ ਨੇ, ਬ੍ਰਹਿਮੰਡਾਂ ਦੇ ਸੁੱਖ ਨੇ, ਤਮਾਮ ਸੁੱਖਾਂ ਦਾ ਮੂਲ ਜੋ ਹੈ, ਉਹ ਮੂਲ ਕੀ ਹੈ? ਬ੍ਰਹਮਾਨੰਦ। ਤੇ ਜਿਹੜੇ ਗਿਆਨ ਕਾਂਡਵਾਨ ਮਹਾਂਪੁਰਖ ਹੁੰਦੇ ਨੇ, ਗਿਆਨ ਕਾਂਡ ਨੂੰ ਪਹੁੰਚੇ ਗੁਰਮੁਖ ਹੁੰਦੇ ਨੇ, ਉਹਨਾਂ ਨੂੰ ਫਿਰ ਇਸ ਸਰਮ ਖੰਡ ਦਾ ਅਨੁਭਵ ਹੁੰਦਾ ਹੈ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਉਹ ਇਸ ਬ੍ਰਹਮਾਨੰਦ ਨੂੰ, ਇਸ ਸਾਰੇ ਆਨੰਦਾਂ ਦੇ ਮੂਲ ਆਨੰਦ ਨੂੰ ਚੱਖ ਲੈਂਦੇ ਨੇ, ਮਾਣ ਲੈਂਦੇ ਨੇ, ਇਸ ਆਨੰਦ ਦੇ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ। ਸਰਮ ਖੰਡ ਕੀ ਬਾਣੀ ਰੂਪ, ਕਹਿੰਦੇ ਜਿਹੜੀ ਬਾਣੀ ਹੈ ਸਰਮ ਖੰਡ ਦੇ ਵਿੱਚ ਜਿਹੜੀ ਹੋ ਰਹੀ ਹੈ, ਉਹ ਧੁਨ ਰੂਪ ਹੈ। ਬਾਣੀ ਦਾ ਅਰਥ ਧੁਨ, ਉਹ ਧੁਨ ਰੂਪ ਹੈ। ਉਹ ਧੁਨ ਕਿਹੜੀ ਹੈ? ਉਹ ਅਨਹਦ ਧੁਨ ਹੈ, ਜਿਹੜੀ ਇੱਕ ਰਸ ਨਾਮ ਰਸੀਆਂ ਨੂੰ ਸੁਣਦੀ ਹੈ। ਤੇ ਜਿਨ੍ਹਾਂ ਨੂੰ ਇਹ ਧੁਨ ਸੁਣਨ ਲੱਗ ਪੈਂਦੀ ਹੈ, ਉਹਨਾਂ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਪਰ ਇਹ ਸੁਣਦੀ ਨਹੀਂ, ਇੰਨਾ ਸੌਖਾ ਨਹੀਂ ਹੈ ਕੰਮ ਜਿੰਨਾ ਸੌਖਾ ਕਥਾ 'ਚ ਸੁਣ ਰਹੇ ਹਾਂ। ਗਿਆਨ ਖੰਡ 'ਚ ਚਲੇ ਜਾਣਾ, ਸਰਮ ਖੰਡ ਦਾ ਅਨੁਭਵੀ ਹੋ ਜਾਣਾ ਇੰਨਾ ਸੌਖਾ ਨਹੀਂ ਹੈ। ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਪਾਤਰ ਬਣਨਾ ਪੈਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖੁਸ਼ੀ ਲੈਣੀ ਪੈਂਦੀ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਖੁਸ਼ੀ ਲੈਣੀ ਪੈਂਦੀ ਹੈ। ਜਦੋਂ ਮਹਾਰਾਜ ਖੁਸ਼ ਹੋ ਜਾਂਦੇ ਆ, ਫਿਰ ਤਾਂ ਕੀ ਹੈ ਜਿਹੜਾ ਮਹਾਰਾਜ ਨਹੀਂ ਦਿੰਦੇ? ਕਿਹੜਾ ਆਨੰਦ ਹੈ, ਕਿਹੜੀ ਅਵਸਥਾ ਹੈ ਜਿਹੜੀ ਮਹਾਰਾਜ ਨਹੀਂ ਬਖਸ਼ਦੇ ਸਿੱਖ ਨੂੰ? ਸਾਰੀਆਂ ਅਵਸਥਾਵਾਂ ਫਿਰ ਤਾਂ
ਛਿੰਨ ਦਾ ਸਮਾਂ ਵੀ ਨਹੀਂ ਲਾਉਂਦੇ ਬਖਸ਼ਣ ਲੱਗਿਆ ਸਿੱਖ ਨੂੰ। ਹਾਂਜੀ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤੇ ਇੱਥੇ ਸਰਮਖੰਡ 'ਚ ਜੋ ਘਾੜਤ ਘੜੀ ਜਾਂਦੀ ਹੈ, ਇੱਥੇ ਦਾ ਜੋ ਵਰਤਾਰਾ ਹੈ ਉਹ ਭਾਈ ਉਪਮਾ ਤੋਂ ਰਹਿਤ ਹੈ, ਬੇਮਿਸਾਲ ਹੈ। ਇਹਦੀ ਉਪਮਾ ਨਹੀਂ ਕੀਤੀ ਜਾ ਸਕਦੀ। ਇਹ ਅਵਸਥਾ ਜਿਹੜੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਿਆਨ ਕਰ ਰਹੇ ਆ ਨਾ, ਯਾਦ ਰੱਖਿਓ, ਨਾ ਪਹਿਲਾਂ ਕਦੇ ਕਿਸੇ ਨੇ ਬਿਆਨ ਕੀਤੀ ਆ ਨਾ ਬਾਅਦ ਚ ਕੀਤੀ ਆ। ਇਹ ਤਾਂ ਸਤਿਗੁਰੂ ਸਮਰੱਥ ਨਿਰੰਕਾਰ ਸਰੂਪ ਨੇ, ਉੱਥੇ ਦੀਆਂ ਗੱਲਾਂ ਦੱਸ ਰਹੇ ਨੇ ਜਿੱਥੇ ਦੀਆਂ ਗੱਲਾਂ ਦੱਸਣ ਵਾਲਿਆਂ ਦੀ ਅਵਸਥਾ ਵਿਗੜ ਜਾਂਦੀ ਹੈ। ਅਗਲੀਆਂ ਪੰਕਤੀਆਂ 'ਚ ਆਪ ਜੀ ਸੁਣੋਗੇ ਇਹਨਾਂ ਗੁਪਤ ਭੇਦਾਂ ਨੂੰ, ਇਹਨਾਂ ਗੁਪਤ ਰਹੱਸਾਂ ਨੂੰ ਉਹ ਮਾਲਕ ਬਿਆਨ ਕਰ ਰਹੇ ਨੇ ਬਾਣੀ ਰੂਪ 'ਚ। ਸਾਧਕ ਅਭਿਆਸੀ ਇਹਨਾਂ ਨੂੰ ਬਿਆਨ ਨਹੀਂ ਕਰ ਸਕਦਾ। ਤੇ ਇੱਥੇ ਦੀ ਜਿਹੜੀ ਉਪਮਾ ਹੈ ਉਹ ਬਹੁਤ ਅਨੂਪ ਹੈ। ਜੋ ਇੱਥੇ ਵਰਤਾਰਾ ਵਰਤਦਾ, ਜੋ ਇੱਥੇ ਕਿਰਪਾ ਹੁੰਦੀ ਹੈ, ਜੋ ਇੱਥੇ ਘਾੜਤ ਘੜੀ ਜਾਂਦੀ ਹੈ, ਉਹ ਕਿਸੇ ਬਿਆਨ ਦੇ ਵਿੱਚ ਨਹੀਂ ਆਉਂਦੀ। ਹਾਂਜੀ। ਤਾ ਕੀਆ ਗੱਲਾਂ ਕਥਿਆ ਨਾ ਜਾਹੇ। ਤੇ ਇੱਥੇ ਦੀਆਂ ਜਿਹੜੀਆਂ ਗੱਲਾਂ ਨੇ, ਜੋ ਜੋ ਇਸ ਖੰਡ 'ਚ, ਗਿਆਨ ਖੰਡ 'ਚ, ਸਰਮ ਖੰਡ 'ਚ ਵਰਤਦਾ ਆ, ਜੋ ਅਵਸਥਾ ਇੱਥੇ ਹੁੰਦੀ ਹੈ, ਜੋ ਕੌਤਕ, ਜੋ ਆਨੰਦ, ਜੋ ਪ੍ਰਕਾਸ਼, ਜੋ ਅਗੰਮੀ ਧੁਨਾਂ, ਜੋ ਅਨਹਦ ਨਾਦ, ਜੋ ਬੇਅੰਤ ਪ੍ਰਕਾਰ ਦੀਆਂ ਸ੍ਰਿਸ਼ਟੀਆਂ ਜਿਹੜੀਆਂ ਬਹੁਤ ਸੂਖਮ ਨੇ, ਇਸ ਅਵਸਥਾ 'ਚ ਪਹੁੰਚ ਕੇ ਜਦੋਂ ਗੁਰਮੁਖ ਤੱਕਦਾ ਆ, ਜੋ ਜਰਰੇ ਜਰਰੇ 'ਚ ਪ੍ਰਕਾਸ਼, ਹਰ ਇੱਕ ਥਾਂ ਤੇ ਵਿਆਪਕ ਪ੍ਰਭੂ ਦੀ ਲੀਲਾ ਸਾਧਕ ਤੱਕਦਾ ਹੈ, ਉਹਦੀਆਂ ਗੱਲਾਂ ਕਥਨ ਨਹੀਂ ਕੀਤੀਆਂ ਜਾ ਸਕਦੀਆਂ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਤੇ ਜੇ ਕੋਈ ਕਹੇ ਵੀ ਮੈਂ ਕਥਨ ਕਰ ਸਕਦਾ ਹਾਂ, ਤਾਂ ਫਿਰ ਮਹਾਰਾਜ ਅੱਗੇ ਦੱਸਦੇ ਹਨ, ਜੇ ਕੋ ਕਹੈ ਪਿਛੈ ਪਛਤਾਏ। ਜਿਹੜਾ ਕਹਿੰਦਾ ਹੈ ਮੈਂ ਕਥਨ ਕਰ ਸਕਦਾ ਹਾਂ, ਉਹ ਸੰਪੂਰਨ ਤੌਰ ਤੇ ਕਥਨ ਕਰ ਹੀ ਨਹੀਂ ਸਕਦਾ। ਤੇ ਜਦੋਂ ਸੰਪੂਰਨ ਤੌਰ ਤੇ ਕਥਨ ਨਹੀਂ ਹੁੰਦਾ, ਫਿਰ ਉਹਨੂੰ ਪਛਤਾਉਣਾ ਪੈਂਦਾ ਹੈ ਵੀ ਮੈਂ ਤਾਂ ਐਵੇਂ ਹੀ ਸੋਚਦਾ ਸੀ। ਤੇ ਜਿਹੜੀਆਂ ਇੱਥੇ ਦੀਆਂ ਗੱਲਾਂ ਨੇ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛਤਾਏ, ਜਿਹੜੀਆਂ ਇਸ ਅਵਸਥਾ ਦੀਆਂ ਗੱਲਾਂ ਨੇ, ਜੇ ਕੋਈ ਸਾਧਕ ਉਸ਼ਾਹ ਚ ਆ ਕੇ, ਉਤਸ਼ਾਹ ਚ ਆ ਕੇ ਬਾਹਰ ਲੋਕਾਂ ਨੂੰ ਬਿਆਨ ਕਰਦਾ ਹੈ, ਹੁਬ ਹੁਬ ਕੇ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਸੁਰਤ ਰੁਕ ਜਾਂਦੀ ਹੈ, ਅਭਿਆਸ ਰੁਕ ਜਾਂਦਾ, ਬਖਸ਼ਿਸ਼ ਰੁਕ ਜਾਂਦੀ ਹੈ, ਖੇਡ ਰੁਕ ਜਾਂਦੀ ਹੈ, ਖੇੜਾ ਖਤਮ ਹੋ ਜਾਂਦਾ। ਤੇ ਫਿਰ ਜਦੋਂ ਇਹ ਸਾਰੇ ਘਾਟੇ ਇੱਕ ਸਾਧਕ ਨੂੰ ਪੈਂਦੇ ਆ ਨਾ, ਸਾਧਕ ਜਿਹੜਾ ਸਾਧਨਾ ਕਰਨ ਵਾਲਾ ਉਹ ਇਹ ਗੱਲ ਸਮਝ ਸਕਦਾ ਆ, ਫਿਰ ਉਹਨੂੰ ਪਛਤਾਉਣਾ ਪੈਂਦਾ। ਫਿਰ ਕਿੰਨਾ ਕਿੰਨਾ ਲੰਮਾ ਸਮਾਂ ਉਹ ਖੇਡ ਨਹੀਂ ਬਣਦੀ। ਜਿਹੜੀ ਖੇਡ ਅਸੀਂ ਗਵਾ ਲੈਂਦੇ ਆ ਨਾ, ਕਈ ਵਾਰ ਬਹੁਤ ਵਧੀਆ ਕਿਰਪਾ ਹੋਈ ਹੁੰਦੀ ਆ, ਬਖਸ਼ਿਸ਼ ਹੋਈ ਹੁੰਦੀ ਆ, ਉਹੀ ਮਾੜਾ ਬੋਲ ਬੋਲ ਕੇ ਗਵਾ ਲੈਂਦੇ ਆ, ਬੋਲ ਬੋਲ ਕੇ ਲੋਕਾਂ ਨੂੰ ਦੱਸ ਦੱਸ ਕੇ ਗਵਾ ਲੈਂਦੇ ਆ, ਬੁਰਾ ਸੋਚ ਸੋਚ ਕੇ, ਬੁਰਾ ਕਰ ਕਰਕੇ ਗਵਾ ਲੈਂਦੇ ਆ, ਛੋਟੀਆਂ ਛੋਟੀਆਂ ਗਲਤੀਆਂ ਕਰਕੇ ਵੱਡੀਆਂ ਵੱਡੀਆਂ ਦਾਤਾਂ ਵਾਹਿਗੁਰੂ ਦੇ ਦਰ ਤੋਂ ਮਿਲੀਆਂ ਅਸੀਂ ਗਵਾ ਲੈਂਦੇ ਆ। ਤੇ ਜਦੋਂ ਗਵਾ ਲੈਂਦੇ ਆ, ਫਿਰ ਪਿੱਛੋਂ ਪਛਤਾਉਣਾ ਪੈਂਦਾ ਹੈ। ਤੇ ਫਿਰ ਪਛਤਾਇਆ ਕੁਛ ਨਹੀਂ ਹੁੰਦਾ। ਤੇ ਦੁਬਾਰੇ ਉਹ ਦਾਤ ਬੜੀ ਔਖੀ ਮਿਲਦੀ ਆ, ਇੰਨੀ ਸੌਖੀ ਨਹੀਂ ਮਿਲਦੀ। ਉਹ ਵੀ ਕੁਛ ਜਿਹੜੇ ਨੇ ਬਖਸ਼ੇ ਹੋਏ ਉਹਨਾਂ ਨੂੰ ਮਿਲਦੀ ਹੈ। ਹਾਂਜੀ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਤਿੱਥੈ ਕਹਿੰਦੇ ਤਿਸ ਸਰਮ ਖੰਡ ਦੇ ਵਿੱਚ ਘੜੀ ਜਾਂਦੀ ਹੈ ਸੁਰਤ, ਮਤ, ਮਨ, ਬੁੱਧੀ। ਸੁਰਤ ਸੂਖਮ ਹੋ ਜਾਂਦੀ ਹੈ, ਸੁਰਤ ਪ੍ਰਕਾਸ਼ ਵਾਲੀ ਹੋ ਜਾਂਦੀ ਹੈ, ਸੁਰਤ ਅਗੰਮ ਚ ਸਮਾਉਣ ਵਾਲੀ ਹੋ ਜਾਂਦੀ ਹੈ, ਸੁਰਤ ਬ੍ਰਹਮ ਪ੍ਰਾਇਣ ਹੋ ਜਾਂਦੀ ਹੈ, ਸੁਰਤ ਟਿਕਾ ਚ ਆ ਜਾਂਦੀ ਹੈ, ਸੁਰਤ ਇੱਕ ਧੇਜ ਵਾਹਿਗੁਰੂ ਦੇ ਸਰੂਪ ਚ ਟਿਕ ਜਾਂਦੀ ਹੈ।
ਤੇ ਮਤ ਬ੍ਰਹਮਵਾਦੀ ਹੋ ਜਾਂਦੀ ਹੈ, ਅਦਵੈਤਵਾਦੀ ਹੋ ਜਾਂਦੀ ਹੈ, ਦੁਐਤ ਤੋਂ ਰਹਿਤ ਹੋ ਜਾਂਦੀ ਹੈ। ਮਤ 'ਚ ਕਿਸੇ ਪ੍ਰਕਾਰ ਦਾ ਵੀ ਦੁਐਸ਼ ਵਾਲਾ ਕੋਈ ਫੁਰਨਾ ਨਹੀਂ ਰਹਿੰਦਾ। ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਮਨ ਆਪਣਾ ਜਿਹੜਾ ਮਨ ਦਾ ਸਰੂਪ ਹੈ, ਸੰਕਲਪ ਵਿਕਲਪ, ਇਸ ਤੋਂ ਰਹਿਤ ਹੋ ਜਾਂਦਾ ਹੈ। ਤੇ ਜਿਹੜੀ ਬੁੱਧ ਹੈ ਉਹ ਵਿਵੇਕ ਵਾਲੀ ਹੋ ਜਾਂਦੀ ਹੈ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਮੈਂ ਦਿਜੈ ਬੁੱਧ ਵਿਵੇਕਾ। ਇੱਥੇ ਸਤਿਗੁਰੂ ਜੀ ਵਿਵੇਕ ਬੁੱਧ ਬਖਸ਼ ਦਿੰਦੇ ਆ ਸਿੱਖ ਨੂੰ। ਤੇ ਇਹ ਸਾਰਾ ਕੁਝ ਹੁੰਦਾ ਕਦੋਂ ਹੈ? ਜਦੋਂ ਗਿਆਨ ਖੰਡ ਦੇ ਵਿੱਚੋਂ ਦੀ ਉਲੰਘਦਿਆਂ ਹੋਇਆਂ ਸਰਮ ਖੰਡ 'ਚ ਪ੍ਰਵੇਸ਼ ਕਰ ਜਾਈਦਾ ਹੈ। ਇਹ ਸਾਰੀਆਂ ਚੀਜ਼ਾਂ ਕਿਵੇਂ ਇੱਕਦਮ ਪ੍ਰਕਾਸ਼ ਵਾਲੀਆਂ ਹੋ ਜਾਂਦੀਆਂ ਨੇ? ਜਿਵੇਂ ਅੱਧੀ ਰਾਤ ਦਾ ਸਮਾਂ ਹੋਵੇ, ਸਾਰੇ ਸ਼ਹਿਰ ਦੀ ਲਾਈਟ ਚਲੀ ਜਾਵੇ, ਤੇ ਜਦੋਂ ਥੋੜੇ ਸਮੇਂ ਬਾਅਦ ਇੱਕਦਮ ਲਾਈਟ ਆਉਂਦੀ ਹੈ, ਸਾਰਾ ਸ਼ਹਿਰ ਜਗਮਗਾ ਉੱਠਦਾ ਆ। ਤੇ ਜਦੋਂ ਸਰਮਖੰਡੀਆਂ ਨੂੰ, ਗਿਆਨ ਖੰਡ ਦੇ ਪਹੁੰਚੇ ਹੋਏ ਮਹਾਂਪੁਰਖਾਂ ਨੂੰ ਹਿਰਦੇ 'ਚ ਪ੍ਰਕਾਸ਼ ਹੁੰਦਾ ਨਾ, ਮਨ ਮਤ ਬੁੱਧ ਸੁਰਤ, ਹੰਕਾਰ ਖਤਮ ਹੋ ਜਾਂਦਾ। ਸੁਰਤੇ ਸਾਰੇ ਇੱਕਦਮ ਜਗਮਗਾ ਉੱਠਦੇ ਨੇ, ਨੂਰੋ ਨੂਰ ਹੋ ਜਾਂਦੇ ਨੇ, ਪ੍ਰਕਾਸ਼ ਰੂਪ ਹੋ ਜਾਂਦੇ ਨੇ ਸਾਰੇ। ਜਿਹੜੇ ਇਹਨਾਂ ਦੇ ਪਹਿਲੇ ਮੂਲ ਸੁਭਾਅ ਨੇ, ਮਨ ਦਾ ਸੰਕਲਪ ਵਿਕਲਪ, ਬੁੱਧੀ ਦਾ ਨਿਰਣੈ ਕਰਨਾ, ਸੁਰਤ ਦਾ ਭੱਜੇ ਫਿਰਨਾ ਪਦਾਰਥਾਂ 'ਚ, ਇਹਦੇ ਸਾਰੇ ਪਹਿਲੇ ਸਰੂਪ ਖਤਮ ਹੋ ਜਾਂਦੇ ਨੇ। ਤੇ ਚਾਰਾਂ ਦਾ ਇੱਕੋ ਹੀ ਸਰੂਪ ਰਹਿ ਜਾਂਦਾ, ਬ੍ਰਹਮ ਸਰੂਪ। ਆਖੋ ਸਤਿਨਾਮ। ਪ੍ਰਕਾਸ਼ ਰੂਪ ਹੋ ਜਾਂਦੇ ਨੇ। ਤੇ ਇਹ ਐਸੀ ਜਿਹੜੀ ਮਤ ਹੈ, ਬੁੱਧ ਹੈ, ਸੁਰਤ ਹੈ ਭਾਈ, ਤੇ ਮਨ ਹੈ ਪ੍ਰਕਾਸ਼ਮਈ, ਇਹ ਸਰਮਖੰਡ 'ਚ ਹੀ ਘੜੇ ਜਾਂਦੇ ਆ ਸਾਰੇ। ਹਾਂਜੀ। ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਜਿਹੜੇ ਉੱਤਮ ਦੇਵਤੇ ਨੇ, ਉੱਤਮ ਸਿੱਧ ਨੇ, ਉਹਨਾਂ ਦੀ ਸੁਧੀ ਵੀ ਇਸ ਸਰਮਖੰਡ 'ਚ ਘੜੀ ਜਾਂਦੀ ਹੈ। ਅਥਵਾ ਜਿਹੜੇ ਉੱਤਮ ਦੇਵਤੇ ਨੇ, ਉੱਤਮ ਸਿੱਧ ਨੇ, ਜੈਸੀ ਉਹਨਾਂ ਨੂੰ ਗਿਆਤ ਹੁੰਦੀ ਹੈ, ਸੋਝੀ ਹੁੰਦੀ ਹੈ, ਤੈਸੀ ਸੁਧ ਖਬਰ, ਤੈਸਾ ਗਿਆਨ, ਤੈਸਾ ਅਨੁਭਵ, ਤੈਸੀ ਦ੍ਰਿਸ਼ਟੀ, ਉਸ ਤਰ੍ਹਾਂ ਦਾ ਤ੍ਰਿਕਾਲਦਰਸ਼ੀ ਪੁਣਾ ਸਰਮਖੰਡ ਦੇ ਵਾਸੀ ਮਹਾਂਪੁਰਖਾਂ ਦੇ ਹਿਰਦੇ 'ਚ ਆ ਜਾਂਦਾ। ਆਖੋ ਸਤਿਨਾਮ। ਸ਼੍ਰੀ ਵਾਹਿਗੁਰੂ। ਉਹ ਕਿਸੇ ਸਿੱਧ ਤੋਂ, ਕਿਸੇ ਉੱਤਮ ਦੇਵਤੇ ਤੋਂ ਘੱਟ ਨਹੀਂ ਰਹਿੰਦੇ। ਭਾਵ ਕਿ ਜਦੋਂ ਬ੍ਰਹਮ ਸਰੂਪ ਹੀ ਹੋ ਗਿਆ, ਫਿਰ ਪਿੱਛੇ ਕੀ ਰਹਿ ਜਾਂਦਾ ਹੈ? ਸਭ ਜਿਹੜੇ ਸਿੱਧ ਦੇਵ ਲੋਕ ਨੇ, ਉਹਨਾਂ ਦੇ ਪੂਜਨੀਕ ਹੋ ਜਾਈਦਾ ਹੈ। ਐਸੀ ਘਾੜਤ ਜਿਹੜੀ ਹੈ ਉਹ ਕਿੱਥੇ ਘੜੀ ਜਾਂਦੀ ਹੈ? ਸਰਮਖੰਡ ਦੇ ਵਿੱਚ। ਐਸਾ ਸਤਿਗੁਰਾਂ ਨੇ ਉਪਦੇਸ਼ ਸਾਨੂੰ ਅੱਜ ਆਪਣੀ ਬਾਣੀ ਰਾਹੀਂ ਬਖਸ਼ਿਸ਼ ਕੀਤਾ ਹੈ। ਦਾਸ ਨੇ ਪਹਿਲਾਂ ਹੀ ਬੇਨਤੀ ਕੀਤੀ ਸੰਗਤ ਨੂੰ, ਸਤਿਗੁਰਾਂ ਨੂੰ, ਮਹਾਰਾਜ ਮੇਰੇ 'ਚ ਇੰਨੀ ਬੁੱਧੀ ਨਹੀਂ ਹੈ, ਗਿਆਨ ਨਹੀਂ ਹੈ, ਆਪ ਜੀ ਦੀ ਬਾਣੀ ਦੀ ਇੰਨੀ ਡੂੰਘੀ ਗੱਲ ਕਰ ਸਕਾਂ, ਸਮਝ ਸਕਾਂ। ਮਹਾਰਾਜ ਆਪ ਦੀ ਕਿਰਪਾ ਕਰਕੇ ਕਰਾ ਲੈਣੀ। ਸਤਿਗੁਰਾਂ ਨੇ ਜਿਵੇਂ ਦੀ ਵਿਚਾਰ ਕਰਾਈ ਹੈ, ਸਤਿਗੁਰਾਂ ਦਾ, ਸੰਗਤ ਦਾ ਧੰਨਵਾਦ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਆਪਣੀ ਬਾਣੀ ਦਾ ਪਿਆਰ, ਗਿਆਨ ਬਖਸ਼ਦੇ ਰਹਿਣ। ਕਿਉਂਕਿ ਜਿਹੜਾ ਸਾਡਾ ਗਿਆਨ ਹੁੰਦਾ ਨਾ, ਜਿਹੜਾ ਬੰਦੇ ਦਾ ਆਪਣਾ ਗਿਆਨ, ਵਿਦਵਾਨ ਦੀ ਵਿਦਵਤਾ ਹੁੰਦੀ ਹੈ ਨਾ, ਇਹ ਗੁਰੂ ਦੀ ਕਿਰਪਾ ਦੇ ਅੱਗੇ ਕੱਖ ਦੀ ਵੀ ਨਹੀਂ ਆ। ਆਖੋ ਸਤਿਨਾਮ। ਸਤਿਗੁਰੂ ਕਿਰਪਾ ਕਰ ਦੇਣ। ਇੱਕ ਪਾਸੇ ਗੁਰੂ ਦੇ ਦਰੋਂ ਬਖਸ਼ਿਆ ਹੋਇਆ, ਇੱਕ ਪਾਸੇ 64 ਵਿਦਿਆਵਾਂ ਨੂੰ ਪੜ੍ਹਿਆ ਹੋਇਆ ਵਿਦਵਾਨ ਬੈਠਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੋਂ ਬਖਸ਼ੇ ਹੋਏ ਨੂੰ ਮਹਾਰਾਜ ਦੇ ਦਰ ਤੇ ਪ੍ਰਵਾਨਗੀ ਮਿਲਦੀ ਹੈ।